देखो बेटा जी, MA प्रीवियस पंजाबी वाले बच्चे, बेटा असी अपना जो है MA प्रीवियस का 3rd पेपर ਸਾਹਿਤ सिद्धांत ਅਤੇ ਵਿਹਾਰਕ ਆਲੋਚਨਾ अपना YouTube ਤੇ ਕਰਦੇ ਪਏ ਹਾਂ। ਤੇ ਪਹਿਲੇ ਯੂਨਿਟ ਦੇ ਵੀ ਆਪਾਂ ਕੁਐਸਚਨ ਕਰ ਲਏ, ਕੁਝ ਕੁਐਸਚਨ ਕਰ ਲਏ ਤੇ ਕੁਝ ਤੁਸੀਂ BA ਫਾਈਨਲ ਵਿੱਚ ਪੜ੍ਹ ਕੇ ਆਏ ਹੋ, ਇਸ ਲਈ ਉਹਨਾਂ ਨੂੰ ਸਿਰਫ ਤੁਹਾਨੂੰ ਇੱਕ ਦੁਹਰਾਈ ਕਰਨ ਦੀ ਲੋੜ ਹੈ, ਉਹ ਤੁਹਾਨੂੰ ਸਮਝ ਆ ਜਾਣਗੇ। ਤੇ ਜਿਹੜਾ 2nd ਯੂਨਿਟ ਹੈ ਉਹ ਵੀ ਆਪਾਂ ਕੀਤਾ ਹੋਇਆ ਹੈ ਬਹੁਤ ਸਾਰਾ, ਤੇ ਸਿਰਫ ਇੱਕ ਅਲੰਕਾਰ ਵਾਲਾ ਕੁਐਸਚਨ ਰਹਿੰਦਾ ਹੈ। ਤੇ ਬੇਟਾ ਜਿਹੜਾ 3rd ਯੂਨਿਟ ਹੈ ਨਾ, ਉਹ ਕਿਹਦੇ ਨਾਲ ਸੰਬੰਧਿਤ ਹੈ ਤੁਹਾਡਾ? ਜਿਵੇਂ 2nd ਯੂਨਿਟ ਭਾਰਤੀ ਕਾਵਿ ਸ਼ਾਸਤਰ ਨਾਲ ਸੰਬੰਧਿਤ ਹੈ ਨਾ, ਇਸੇ ਤਰ੍ਹਾਂ ਜੋ 3rd ਯੂਨਿਟ ਹੈ ਨਾ, ਇਹ ਉਹਦਾ ਵਿਰੋਧੀ ਹੈ। ਇਹ ਪੱਛਮੀ ਆਲੋਚਨਾ ਨਾਲ ਸੰਬੰਧਿਤ ਹੈਗਾ। ਪੱਛਮੀ ਆਲੋਚਨਾ ਅਤੇ ਯੂਨਾਨੀ ਕਾਵਿ ਸ਼ਾਸਤਰ ਇਸ ਯੂਨਿਟ ਦਾ ਨਾਮ ਹੈ। 3rd ਯੂਨਿਟ ਹੈਗਾ ਬੇਟਾ ਤੁਹਾਡਾ। ਤੇ ਇਹਦੇ ਆਪਾਂ ਕੁਐਸਚਨ ਆਰੰਭ ਕਰਨ ਲੱਗੇ ਹਾਂ। ਅੱਜ ਜੋ ਹੈ ਇੰਟਰੋਡਕਸ਼ਨ ਹੀ ਤੁਹਾਨੂੰ ਕਰਾਉਂਗੀ ਕਿ ਪੱਛਮੀ ਆਲੋਚਨਾ ਜੋ ਹੈ ਕਿਹਦੇ ਨਾਲ ਉਹਦਾ ਆਰੰਭ ਹੁੰਦਾ ਹੈ ਤੇ ਕੀ ਗੱਲਾਂ ਨੇ ਜਿਹੜੀਆਂ ਇਹਦੇ 'ਚ ਆਲੋਚਨਾ 'ਚ ਨਾਲ ਲੈ ਕੇ, ਮਤਲਬ ਜਿਹੜੇ ਵਿਦਵਾਨ ਨੇ ਇਹਦੇ, ਪਲੈਟੋ ਹੈ, ਅਰਿਸਟੋਟਲ ਹੈ, ਲਜਾਈਨਸ ਹੈ, ਸਾਹਿਤ ਬਾਰੇ ਇਹਨਾਂ ਦੇ ਕੀ ਵਿਚਾਰਧਾਰਾ ਹੈ। ਦੇਖੋ ਬੇਟਾ ਜਿਹੜਾ ਨਾ ਇਵੇਂ ਆਪਣਾ ਆਲੋਚਨਾ ਵਾਲਾ ਪੇਪਰ ਹੈਗਾ ਨਾ, ਇਹਦੇ 'ਚ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਇਹਦੇ 'ਚ ਕੋਈ ਨਾਵਲ ਨਹੀਂ ਹੈ, ਕੋਈ ਨਾਟਕ ਨਹੀਂ ਹੈ, ਮਤਲਬ ਕਿ ਤੁਸੀਂ ਕੋਈ ਕਵਿਤਾ ਨਹੀਂ ਪੜ੍ਹਨੀ, ਕਿਉਂਕਿ ਪੇਪਰ ਦਾ ਨਾਮ ਹੀ ਆਲੋਚਨਾ ਹੈ। ਜਿਵੇਂ ਬੇਟਾ ਕੋਈ ਵੀ ਗੱਲ ਹੁੰਦੀ ਹੈ ਨਾ, ਅਸੀਂ ਜਿਵੇਂ ਮੈਂ ਜੇਕਰ ਜਿਵੇਂ ਮੈਂ ਵੀਡੀਓ ਹੀ ਬਣਾ ਰਹੀ ਹਾਂ, ਕੋਈ ਕੁਐਸਚਨ ਹੀ ਕਰਾ ਰਹੀ ਹਾਂ, ਜ਼ਰੂਰੀ ਨਹੀਂ ਕਿ ਸਾਰੇ ਜਣੇ ਇਹਦੇ ਨਾਲ ਸਹਿਮਤ ਹੋਣ ਕਿ ਮੈਡਮ ਠੀਕ ਕਰਾ ਰਹੇ ਨੇ, ਠੀਕ ਹੈ ਨਾ। ਕੋਈ ਨਾ ਕੋਈ ਜ਼ਰੂਰ ਉਹਦੀ ਆਲੋਚਨਾ ਕਰਦਾ ਹੈ ਉਸ ਚੀਜ਼ ਦੀ। ਤੇ ਐਵੇਂ ਹੀ ਜਿਹੜਾ ਲਿਟਰੇਚਰ ਲਿਖਿਆ ਜਾਂਦਾ ਹੈ ਨਾ, ਉਹਦੀ ਵੀ ਇਹ ਨਹੀਂ ਹੈ ਕਿ ਸਾਰੇ ਉਹਨੂੰ ਸਹੀ ਮੰਨਦੇ ਨੇ, ਸਾਰੇ ਉਸ ਲਿਟਰੇਚਰ ਦੇ ਰੂਲਸ ਨੂੰ ਸਹੀ ਮੰਨਦੇ ਨੇ। ਕੁਛ ਨਾ ਕੁਛ ਬੰਦੇ ਹੁੰਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਇਹ ਸਹੀ ਨਹੀਂ ਹੈ, ਇਹ ਐਵੇਂ ਨਹੀਂ, ਐਵੇਂ ਹੋਣਾ ਚਾਹੀਦਾ ਹੈ। ਉਹੀ ਆਲੋਚਨਾ ਹੁੰਦੀ ਹੈ ਬੇਟਾ। ਤੇ ਐਵੇਂ ਹੀ ਜਿਹੜੇ ਆਪਣੇ ਪੁਰਾਤਨ ਵਿਦਵਾਨ ਪਲੈਟੋ ਨੂੰ ਤੁਸੀਂ ਜਾਣਦੇ ਹੋ, ਜਿਹੜੇ ਬੱਚੇ ਪੋਲੀਟੀਕਲ ਸਾਇੰਸ ਪੜ੍ਹ ਕੇ ਆਏ ਹੋ, ਅਰਸਤੂ ਨੂੰ ਵੀ ਜਾਣਦੇ ਹੋ। ਤੇ ਇਹਨਾਂ ਨੇ ਨਾ ਸਾਹਿਤ ਬਾਰੇ ਬਹੁਤ ਸਾਰੇ ਆਪਣੇ ਵਿਚਾਰ ਪੇਸ਼ ਕੀਤੇ ਕਿ ਲਿਟਰੇਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਸੇ ਸੰਬੰਧ ਵਿੱਚ ਜੋ ਹੈ ਬੇਟਾ ਇਹ ਆਪਣਾ ਯੂਨਾਨੀ ਕਾਵਿ ਸ਼ਾਸਤਰ ਜਾਂ ਪੱਛਮੀ ਆਲੋਚਨਾ ਵਾਲਾ ਜਿਹੜਾ ਆਪਣਾ ਯੂਨਿਟ ਹੈ। ਦੇਖੋ ਬੇਟਾ ਆ ਜਾਓ ਟੋਪਿਕ 'ਤੇ ਆ ਜਾਈਏ। ਵੈਸੇ ਤਾਂ ਤੁਹਾਨੂੰ ਵੱਖਰਾ ਟੋਪਿਕ ਆਉਂਦਾ ਹੈ, ਪਲੈਟੋ ਦਾ ਕਾਵਿ ਸ਼ਾਸਤਰ, ਅਰਸਤੂ ਦਾ ਕਾਵਿ ਸ਼ਾਸਤਰ, ਐਵੇਂ ਕਰਕੇ, ਪਰ ਆਪਾਂ ਜੋ ਹੈ ਇੰਟਰੋਡਕਸ਼ਨ ਕਿਉਂਕਿ ਅਸੀਂ ਕਰ ਰਹੇ ਹਾਂ, ਇਸ ਲਈ ਇਹ ਇੱਕ ਵੱਖਰਾ ਇੰਟਰੋਡਕਸ਼ਨ ਵਾਲਾ ਟੋਪਿਕ ਲਗਾ ਲਓ ਤੁਸੀਂ। ਕੀ ਹੈ ਬੇਟਾ ਟੋਪਿਕ? ਆਓ ਵੇਖੀਏ। ਪੱਛਮੀ ਆਲੋਚਨਾ ਦਾ ਮੁੱਢਲਾ ਅਤੇ ਪ੍ਰਾਚੀਨ ਸੋਮਾ ਯੂਨਾਨੀ ਸਮੀਖਿਆ ਸ਼ਾਸਤਰ ਹੈ। ਮਤਲਬ ਕਿ ਜੋ ਇਹਨਾਂ ਦੇ ਨਾਮ ਨੇ ਨਾ, ਦੇਖੋ ਯੂਨਾਨੀ ਸਮੀਖਿਆ ਸ਼ਾਸਤਰ ਜੋ ਹੈ ਉਹ ਪੱਛਮੀ ਆਲੋਚਨਾ ਦਾ ਆਧਾਰ ਹੈ। ਮਤਲਬ ਕਿ ਪੱਛਮੀ ਆਲੋਚਨਾ ਵਿੱਚ ਜੋ ਕੁਝ ਵੀ ਸ਼ਾਮਿਲ ਹੋਇਆ ਨਾ, ਉਹ ਯੂਨਾਨੀ ਸਮੀਖਿਆ ਸ਼ਾਸਤਰ ਤੋਂ ਪੈਦਾ ਹੋਇਆ ਜਾਂ ਇਹਦੇ ਤੋਂ ਹੋਂਦ ਵਿੱਚ ਆਇਆ, ਤੁਸੀਂ ਕਹਿ ਸਕਦੇ ਹੋ। ਹੁਣ ਬੇਟਾ ਦੇਖੋ ਪੱਛਮੀ ਵਿਦਵਾਨ ਹੈ ਜਾਂ ਯੂਨਾਨੀ ਵੀ ਤੁਸੀਂ ਕਹਿ ਸਕਦੇ ਹੋ, ਪਲੈਟੋ। ਤੇ ਪਲੈਟੋ ਤੋਂ ਵੀ ਪਹਿਲਾਂ ਨਾ ਕੁਝ ਪੱਛਮੀ ਆਲੋਚਕ ਜਿਹੜੇ ਨੇ, ਆਲੋਚਨਾ ਸੰਬੰਧੀ ਸੰਕੇਤ ਉਹਨਾਂ ਦੀ ਲਿਟਰੇਚਰ ਵਿੱਚ ਮਿਲਦੇ ਰਹੇ। ਕਿਹੜੇ ਕਿਹੜੇ ਵਿਦਵਾਨ ਨੇ ਉਹਨਾਂ ਵਿੱਚ ਸੁਕਰਾਤ ਦਾ ਵੀ ਨਾਮ ਹੈ। ਸੁਕਰਾਤ ਜੋ ਹੈ ਪਲੈਟੋ ਦਾ ਗੁਰੂ ਸੀਗਾ, ਪਰੰਤੂ ਇਸ ਖੇਤਰ ਵਿੱਚ ਨਾ ਪਲੈਟੋ ਨੂੰ ਹੀ ਮੁੱਖ ਸਥਾਨ ਪ੍ਰਾਪਤ ਹੈ। ਆਲੋਚਨਾ ਦੇ ਖੇਤਰ ਵਿੱਚ ਸਭ ਤੋਂ ਪਹਿਲਾਂ ਪਲੈਟੋ ਨੂੰ ਮੁੱਖ ਸਥਾਨ ਪ੍ਰਾਪਤ ਹੈ। ਪਲੈਟੋ ਨੇ ਆਪਣੇ ਗ੍ਰੰਥ ਦਾ ਰਿਪਬਲਿਕ ਵਿੱਚ, ਕਿਹੜੀ ਇਹਦੀ ਪ੍ਰਸਿੱਧ ਪੁਸਤਕ ਹੈ, ਪੋਲੀਟੀਕਲ ਸਾਇੰਸ ਵਾਲੇ ਬੱਚੇ ਪੜ੍ਹ ਕੇ ਆਉਂਦੇ ਨੇ BA 'ਚ, ਦਾ ਰਿਪਬਲਿਕ ਵਿੱਚ ਸਾਹਿਤ ਦਾ ਵਿਸ਼ਲੇਸ਼ਣ ਕਰਕੇ ਕਾਵਿ ਬਾਰੇ ਕੁਝ ਧਾਰਨਾਵਾਂ ਨਿਸ਼ਚਿਤ ਕੀਤੀਆਂ। ਕਾਵਿ ਬਾਰੇ ਬੇਟਾ ਕਿਉਂ ਧਾਰਨਾਵਾਂ ਨਿਸ਼ਚਿਤ ਕੀਤੀਆਂ? ਕਿਉਂਕਿ ਪਹਿਲੇ ਸਮੇਂ 'ਚ ਨਾ ਪੋਇਟਰੀ ਹੀ ਲਿਖੀ ਜਾਂਦੀ ਹੁੰਦੀ ਸੀ, ਨਾਵਲ ਨਾਟਕ ਨਹੀਂ ਲਿਖੇ ਜਾਂਦੇ ਸੀਗੇ, ਪੋਇਟਰੀ ਹੀ ਲਿਖੀ ਜਾਂਦੀ ਸੀਗੀ। ਇਸ ਲਈ ਨਾਟਕ ਲਿਖੇ ਜਾਂਦੇ ਸੀਗੇ, ਨਾਵਲ ਨਹੀਂ ਲਿਖੇ ਜਾਂਦੇ ਸੀ। ਨਾਟਕ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਜਦੋਂ ਅਰਸਤੂ ਜੋ ਹੈ ਦੁਖਾਂਤਕ ਨਾਟਕ ਦੀ ਗੱਲ ਕਰਦਾ ਹੈ। ਨਾਟਕ ਲਿਖੇ ਜਾਂਦੇ ਸੀਗੇ ਤੇ ਇੱਕ ਪੋਇਟਰੀ ਲਿਖੀ ਜਾਂਦੀ ਸੀ ਬਸ। ਸਭ ਤੋਂ ਜੇਕਰ ਪੁਰਾਤਨ ਲਿਟਰੇਚਰ ਦਾ ਕੋਈ ਰੂਪ ਹੈ ਨਾ, ਉਹ ਕਵਿਤਾ ਹੈਗਾ। ਇਹਦੇ ਨਾਲ ਇੱਕ ਰੂਪ ਜੋ ਹੈ ਉਹ ਨਾਟਕ ਹੈਗਾ। ਦੋ ਰੂਪ ਪੁਰਾਤਨ ਨੇ ਸਾਹਿਤ ਦੇ। ਤੇ ਕਿਹਦੇ ਬਾਰੇ ਉਹ ਆਪਣੇ ਵਿਚਾਰ ਪੇਸ਼ ਕਰਦਾ ਹੈ? ਕਾਵਿ ਬਾਰੇ ਕੁਝ ਧਾਰਨਾਵਾਂ ਨਿਸ਼ਚਿਤ ਕਰਦਾ ਹੈ ਕਿ ਕਿਹੋ ਜਿਹਾ ਹੋਣਾ ਚਾਹੀਦਾ। ਪਲੈਟੋ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਆਦਰਸ਼ਵਾਦੀ ਵਿਦਵਾਨ ਸੀ। ਉਸ ਨੇ ਸਮਕਾਲੀ ਸਾਹਿਤ ਨੂੰ ਆਦਰਸ਼ ਦੀ ਕਸਵੱਟੀ 'ਤੇ ਪਰਖਿਆ। ਹੁਣ ਬੇਟਾ ਜਿਹੜਾ ਬੰਦਾ ਆਪ ਆਦਰਸ਼ਵਾਦੀ ਹੁੰਦਾ ਨਾ, ਉਹ ਕਿਸੇ ਵੀ ਚੀਜ਼ ਨੂੰ ਆਦਰਸ਼ ਦੀ ਕਸਵੱਟੀ 'ਤੇ ਹੀ ਪਰਖਦਾ ਹੈ। ਤੇ ਪਲੈਟੋ ਨੇ ਵੀ ਇਹੀਓ ਕੀਤਾ। ਪਲੈਟੋ ਅਨੁਸਾਰ ਸਾਹਿਤ ਦਾ ਜਨਮ ਅਗਿਆਨ ਤੋਂ ਹੁੰਦਾ ਹੈ। ਪਲੈਟੋ ਮੰਨਦਾ ਹੈ ਕਿ ਕੋਈ ਵੀ ਲਿਟਰੇਚਰ ਹੈਗਾ ਨਾ, ਉਹਦਾ ਜਨਮ ਅਗਿਆਨ ਤੋਂ ਹੁੰਦਾ। ਮਤਲਬ ਕਿ ਉਸ ਵੇਲੇ ਰਾਈਟਰ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਉਹ ਕੀ ਲਿਖ ਰਿਹਾ ਹੈ, ਨਾ ਉਹਦੇ ਕੋਲ ਕੋਈ ਇਹਦੇ ਤੋਂ ਪਹਿਲਾਂ ਕੋਈ ਜਾਣਕਾਰੀ ਹੁੰਦੀ ਹੈ। ਇਸ ਲਈ ਇਹ ਸਮਾਜ ਲਈ ਹਾਨੀਕਾਰਕ ਹੈ। ਇਸ ਲਈ ਜੇਕਰ ਲੇਖਕ ਦੇ ਕੋਲ ਕੋਈ ਪਹਿਲਾਂ ਮੌਜੂਦ ਕੋਈ ਆਦਰਸ਼ਕ ਲਿਟਰੇਚਰ ਨਹੀਂ, ਜਿਹਦੇ ਤੋਂ ਉਹ
ਕੁਝ ਲਿਖ ਪਾ ਰਿਹਾ ਤੇ ਇਸ ਲਈ ਉਹ ਸਮਾਜ ਲਈ ਹਾਨੀਕਾਰਕ ਹੈ। ਅਤੇ ਸਾਹਿਤ ਆਦਰਸ਼ ਇੱਕ ਚੰਗਾ ਸਮਾਜ ਬਣਾਉਣ ਵਿੱਚ ਸਮਰੱਥ ਨਹੀਂ ਹੁੰਦਾ। ਅਤੇ ਜਿਹੜਾ ਸਾਹਿਤ ਆਦਰਸ਼ ਹੁੰਦਾ ਨਾ, ਉਹੀ ਇੱਕ ਚੰਗਾ ਸਮਾਜ ਬਣਾਉਣ ਵਿੱਚ ਸਮਰੱਥ ਹੁੰਦਾ। ਕਹਿਣ ਤੋਂ ਭਾਵ ਜੇਕਰ ਲਿਟਰੇਚਰ ਆਦਰਸ਼ਕ ਹੋਏਗਾ ਨਾ, ਆਦਰਸ਼, ਉਹਦੇ 'ਚ ਨੈਤਿਕਤਾ ਹੋਏਗੀ, ਉਹਦੇ 'ਚ ਜੋ ਹੈ ਬੰਦੇ ਨੂੰ ਸਹੀ ਬਣਾਉਣ ਦੇ ਬਹੁਤ ਸਾਰੇ ਉਹਦੇ 'ਚ ਨੁਕਤੇ ਹੋਣਗੇ ਜਿਨ੍ਹਾਂ ਨੂੰ ਪੜ੍ਹ ਕੇ ਬੰਦਾ ਅਧਿਆਤਮਿਕ ਪੱਖੋਂ ਵੀ ਉੱਚਾ ਉੱਠੇ। ਅਤੇ ਉਹੀ ਲਿਟਰੇਚਰ ਜੋ ਹੈ ਇੱਕ ਆਦਰਸ਼ਕ ਸਮਾਜ ਬਣਾਉਣ ਵਿੱਚ ਸਮਰੱਥ ਰਹਿੰਦਾ। ਇਹਦੇ 'ਚ ਉਹਨੇ ਦੋ ਗੱਲਾਂ ਕੀਤੀਆਂ ਨੇ ਕਿ ਇੱਕ ਤਾਂ ਲਿਟਰੇਚਰ ਕਹਿੰਦਾ ਕਿ ਅਗਿਆਨਤਾ ਤੋਂ ਜਨਮ ਲੈਂਦਾ ਹੈ, ਕਿਉਂਕਿ ਲੇਖਕ ਦੇ ਕੋਲ ਅਜਿਹਾ ਕੋਈ ਉਹਦੇ ਕੋਲ ਅਜਿਹੀ ਕੋਈ ਨੌਲੇਜ ਨਹੀਂ ਹੁੰਦੀ ਜਿਹਦੇ ਨਾਲ ਉਹ ਸਮਾਜ ਨੂੰ ਕੋਈ ਸੇਧ ਦੇ ਸਕੇ। ਪਰ ਫਿਰ ਵੀ ਜੇਕਰ ਲਿਟਰੇਚਰ ਆਦਰਸ਼ਕ ਹੈ ਨਾ, ਤਾਂ ਉਹ ਇੱਕ ਚੰਗਾ ਸਮਾਜ ਬਣਾਉਣ ਲਈ ਸਮਰੱਥ ਬਣ ਸਕਦਾ ਹੈ। ਪਲੈਟੋ ਅਨੁਸਾਰ ਇਸ ਸ੍ਰਿਸ਼ਟੀ ਦੇ ਪਿੱਛੇ ਇੱਕ ਅਦ੍ਰਿਸ਼ਟ ਸ਼ਕਤੀ ਹੈ। ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਦ੍ਰਿਸ਼ਟ ਸ਼ਕਤੀ ਹੈ, ਜਿਸ ਨੂੰ ਸੱਤ ਕਹਿੰਦੇ ਹਨ। ਜਿਹਨੂੰ ਕੀ ਕਹਿੰਦੇ ਨੇ? ਸੱਤ ਕਹਿੰਦੇ ਨੇ। ਅਤੇ ਸਾਹਿਤ ਜੋ ਹੈ ਕਹਿੰਦਾ ਕਿ ਇਸ ਸੱਤ ਦੀ ਨਕਲ ਹੈ, ਅਤੇ ਨਕਲ ਹੋਣ ਕਰਕੇ ਕਹਿੰਦਾ ਇਹ ਲਿਟਰੇਚਰ ਜੋ ਹੈ ਉਹ ਅਸੱਤ ਹੈਗਾ, ਫਿਰ ਉਹ ਸੱਚ ਨਹੀਂ ਹੈ। ਨਕਲ ਹੋਣ ਕਰਕੇ ਇਹ ਸੱਚ ਨਹੀਂ ਹੈ, ਇਸ ਲਈ ਇਸ ਦਾ ਜਨਮ ਜੋ ਹੈ ਨਾ ਕਹਿੰਦਾ ਲਿਟਰੇਚਰ ਦਾ, ਉਹ ਅਗਿਆਨਤਾ ਤੋਂ ਹੁੰਦਾ ਹੈ। ਸਾਹਿਤ ਉਸ ਸੱਤ ਤੋਂ ਬਹੁਤ ਦੂਰ ਦੀ ਚੀਜ਼ ਹੈ, ਇਸ ਲਈ ਮਿਥਿਆ 'ਤੇ ਆਧਾਰਿਤ ਹੈ। ਸਾਹਿਤ ਕਹਿੰਦਾ ਕਿ ਇਸ ਸੱਚ ਤੋਂ, ਕਿਹੜੇ ਸੱਚ ਤੋਂ? ਅਦ੍ਰਿਸ਼ਟ ਸ਼ਕਤੀ ਤੋਂ ਕਹਿੰਦਾ ਬਹੁਤ ਦੂਰ ਦੀ ਚੀਜ਼ ਹੈ, ਇਸ ਲਈ ਸਾਹਿਤ ਜੋ ਹੈ ਮਿਥਿਆ, ਅਤੇ ਜੋ ਹੈ ਸਾਹਿਤ ਦੀ ਆਪਣੀ ਕੋਈ ਵਧੀਆ ਉਹ ਕੋਈ ਹੋਂਦ ਨਹੀਂ ਹੁੰਦੀ। ਦੇਖੋ ਬੇਟਾ, ਪਲੈਟੋ ਨਾ ਕੁਛ ਨੈਗੇਟਿਵ ਜਿਹੀ ਥਿੰਕਿੰਗ ਵੀ ਲੈ ਕੇ ਤੁਰਦਾ ਹੈ ਨਾ ਲਿਟਰੇਚਰ ਲਈ। ਆਪਾਂ ਪੜ੍ਹ ਲਿਆ ਕਿ ਜਿਹੜਾ ਕਹਿੰਦਾ ਕਿ ਸਮਾਜ ਲਈ ਹਾਨੀਕਾਰਕ ਹੁੰਦਾ, ਅਤੇ ਫਿਰ ਪਲੈਟੋ ਇਹ ਵੀ ਮੰਨਦਾ ਹੈ ਕਿ ਸਾਹਿਤ ਜਿਹੜਾ ਹੁੰਦਾ ਨਾ, ਉਹ ਮਨੁੱਖ ਦੀਆਂ ਤੁੱਛ ਅਤੇ ਘਟੀਆ ਵਾਸਨਾਵਾਂ ਨੂੰ ਉਭਾਰਦਾ ਹੈ। ਇੱਥੇ ਪਲੈਟੋ ਦਾ ਕਹਿਣ ਦਾ ਭਾਵ ਇਹ ਵੀ ਹੈ ਕਿ ਜੇਕਰ ਲਿਟਰੇਚਰ ਚੰਗਾ ਨਹੀਂ ਹੈ ਤਾਂ ਉਹ ਮਨੁੱਖ ਦੀਆਂ ਨਾ ਤੁੱਛ ਅਤੇ ਘਟੀਆ ਵਾਸਨਾਵਾਂ, ਜਿਹੜੀਆਂ ਸਾਡੇ ਅੰਦਰ ਹਰ ਤਰ੍ਹਾਂ ਦੀ ਵਾਸਨਾ ਹੁੰਦੀ ਹੈ, ਕਹਿੰਦਾ ਕਿ ਲਿਟਰੇਚਰ ਜੋ ਹੈ ਘਟੀਆ ਵਾਸਨਾਵਾਂ ਨੂੰ ਜਗਾ ਦਿੰਦਾ ਹੈ, ਇਸ ਲਈ ਸਮਾਜ ਲਈ ਹਾਨੀਕਾਰਕ ਹੈ। ਪਲੈਟੋ ਨੇ ਆਦਰਸ਼ ਸਮਾਜ ਦੀ ਸਥਾਪਨਾ ਕਰਨ ਦੀ ਕਸਵੱਟੀ ਤੇ ਸਾਹਿਤ ਰਾਹੀਂ ਕਲਿਆਣਕਾਰੀ ਸਿੱਖਿਆ ਦੇਣ ਦੀ ਮੰਗ ਕੀਤੀ। ਇਸ ਲਈ ਉਪਰੋਕਤ ਕਾਰਨ ਕਰਕੇ ਨਾ ਪਲੈਟੋ ਨੇ ਇਹ ਮੰਗ ਕੀਤੀ ਕਿ ਜਿਹੜਾ ਹੈ ਨਾ ਆਦਰਸ਼ਕ ਸਮਾਜ ਦੀ ਸਥਾਪਨਾ ਲਈ ਕੀ ਜ਼ਰੂਰੀ ਹੈ ਕਿ ਸਾਹਿਤ ਜੋ ਹੈ ਕਲਿਆਣਕਾਰੀ ਲਿਟਰੇਚਰ ਲਿਖਿਆ ਜਾਏ, ਜਿਹਦੇ ਨਾਲ ਲੋਕਾਂ ਦਾ ਭਲਾ ਹੋਏ ਅਤੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਹੋ ਸਕੇ। ਅਤੇ ਪਲੈਟੋ ਦੀਆਂ ਇਹਨਾਂ ਮਾਨਤਾਵਾਂ ਦਾ ਜਵਾਬ ਜੋ ਹੈ ਨਾ ਉਹਦਾ ਸ਼ਾਗਿਰਦ ਅਰਿਸਟੋਟਲ ਕਲੀਅਰ ਕਰਦਾ ਹੈ। ਅਰਿਸਟੋਟਲ ਨੂੰ ਬੇਟਾ ਆਪਾਂ ਪੰਜਾਬੀ 'ਚ ਅਰਸਤੂ ਵੀ ਕਹਿੰਦੇ ਹਾਂ। ਅਰਸਤੂ ਕਲੀਅਰ ਕਰਦਾ ਹੈ ਪਲੈਟੋ ਦੀਆਂ ਗੱਲਾਂ ਨੂੰ। ਕਿਵੇਂ ਕਰਦਾ ਹੈ? ਉਸ ਨੇ ਸਾਹਿਤ ਨੂੰ, ਅਰਿਸਤੂ ਕੀ ਮੰਨਦਾ ਹੈ? ਸਾਹਿਤ ਨੂੰ ਨਵੀਨ ਅਤੇ ਮੌਲਿਕ ਰਚਨਾ ਮੰਨਦਾ ਹੈ। ਕੀ ਮੰਨਦਾ ਹੈ? ਕਿ ਸਾਹਿਤ ਜੋ ਹੈ ਨਵਾਂ ਵੀ ਹੁੰਦਾ ਹੈ ਅਤੇ ਮੌਲਿਕ ਵੀ ਹੁੰਦਾ ਹੈ, ਜਿਸ ਵਿੱਚ ਵਿਆਪਕ ਸੱਚ ਹੁੰਦਾ ਹੈ ਅਤੇ ਲਿਟਰੇਚਰ ਵਿੱਚ ਸੱਚ ਵੀ ਹੁੰਦਾ ਹੈ। ਅਰਸਤੂ ਮੰਨ ਰਿਹਾ ਸੀ, ਪਲੈਟੋ ਮੰਨ ਰਿਹਾ ਸੀ ਨਾ ਕਿ ਸੱਚ ਨਹੀਂ ਹੁੰਦਾ, ਪਰ ਅਰਸਤੂ ਕਹਿੰਦਾ ਉਹਦੇ 'ਚ ਸੱਚ ਹੁੰਦਾ ਹੈ। ਅਰਸਤੂ ਅਨੁਸਾਰ ਸਾਹਿਤ ਵਾਸਨਾਵਾਂ ਨੂੰ ਜਗਾ ਕੇ ਉਹਨਾਂ ਦਾ ਕਥਾਰਸਿਸ ਕਰਕੇ ਸ਼ੁੱਧ ਕਰਦਾ ਹੈ। ਦੇਖੋ ਬੇਟਾ, ਉੱਪਰ ਪਲੈਟੋ ਨੇ ਮੰਨਿਆ ਕਿ ਸਾਹਿਤ ਜੋ ਹੈ ਸਾਡੀਆਂ ਵਾਸਨਾਵਾਂ ਨੂੰ ਜਗਾਉਂਦਾ ਹੈ, ਘਟੀਆ ਵਾਸਨਾਵਾਂ ਨੂੰ। ਐਰਿਸਟੋਟਲ ਕਹਿੰਦਾ ਜਗਾਉਂਦਾ ਹੈ ਵਾਸਨਾਵਾਂ ਨੂੰ, ਅਜਿਹੀ ਕੋਈ ਗੱਲ ਨਹੀਂ। ਜੇਕਰ ਅਸੀਂ ਜਿਵੇਂ ਬੀਰਸੀ ਲਿਟਰੇਚਰ ਪੜ੍ਹਿਆ, ਜਿਵੇਂ ਅਸੀਂ ਹਾਸਰਸੀ ਕੋਈ ਲਿਟਰੇਚਰ ਪੜ੍ਹਿਆ, ਸ਼ਿੰਗਾਰ ਰਸ ਵਾਲਾ ਕਿੱਸਾ ਸਾਹਿਤ ਪੜ੍ਹਿਆ, ਕਹਿੰਦਾ ਕਿ ਹਾਂ ਜਗਾਉਂਦਾ ਹੈ ਵਾਸਨਾਵਾਂ ਨੂੰ, ਪਰ ਨਾਲ ਹੀ ਉਹਨਾਂ ਦਾ ਵਿਰੇਚਨ ਵੀ ਕਰਦਾ ਹੈ। ਵਿਰੇਚਨ ਹੁੰਦਾ ਬੇਟਾ ਬਾਹਰ ਕੱਢਣਾ, ਬਾਹਰ ਕੱਢ ਕੇ ਘਟੀਆ ਗੱਲ ਨੂੰ ਬਾਹਰ ਕੱਢ ਕੇ ਸਾਨੂੰ ਕਹਿੰਦਾ ਸ਼ੁੱਧ ਕਰਦਾ ਹੈ ਲਿਟਰੇਚਰ। ਉਕਤ ਵਿਚਾਰਾਂ ਨਾਲ ਅਰਿਸਟੋਟਲ ਨੇ ਸਾਹਿਤ ਦੀ ਮਹਾਨਤਾ ਅਤੇ ਸਮਾਜਿਕ ਉਪਯੋਗਤਾ ਨੂੰ ਸਿੱਧ ਕੀਤਾ। ਹੁਣ ਪਲੈਟੋ ਤੇ ਕਹਿੰਦਾ ਸੀ ਨਾ ਕਿ ਲਿਟਰੇਚਰ ਉਪਯੋਗੀ ਨਹੀਂ ਹੈ ਸਮਾਜ ਲਈ, ਪਰ ਅਰਸਤੂ ਮੰਨਦਾ ਹੈ ਕਿ ਲਿਟਰੇਚਰ ਜੋ ਹੈ ਉਹ ਸਮਾਜ ਲਈ ਉਪਯੋਗੀ ਹੈ ਅਤੇ ਇੱਕ ਮਹਾਨ ਲਿਟਰੇਚਰ। ਸਾਹਿਤ ਦੀ ਮਹਾਨਤਾ ਕਹਿੰਦਾ ਇਸ ਗੱਲ 'ਚ ਹੈਗੀ ਹੈ ਕਿ ਉਹ ਸਮਾਜ ਲਈ ਉਪਯੋਗੀ ਹੁੰਦਾ ਹੈ। ਸਾਹਿਤ ਇੱਕ ਪਾਸੇ ਤਾਂ ਨੈਤਿਕ ਅਤੇ ਉਦਾਤ ਭਾਵਨਾਵਾਂ ਨੂੰ ਜਗਾਉਂਦਾ ਹੈ, ਸਾਡੇ ਅੰਦਰ ਨੈਤਿਕਤਾ ਪੈਦਾ ਕਰਦਾ ਹੈ ਲਿਟਰੇਚਰ। ਹੁਣ ਤੁਸੀਂ ਦੇਖ ਲਓ ਕਿ ਪੜ੍ਹੇ ਲਿਖੇ ਅਤੇ ਅਨਪੜ੍ਹੇ 'ਚ ਕਾਫੀ ਦੇਖੋ ਉਹਨਾਂ ਦੇ ਵਿਹਾਰਕ ਲੈਵਲ 'ਤੇ ਕਿੰਨਾ ਫਰਕ ਹੁੰਦਾ ਨਾ, ਵਿਹਾਰਕ ਪੱਧਰ 'ਤੇ। ਕਹਿੰਦਾ ਕਿ ਉਦਾਤ ਭਾਵਨਾਵਾਂ ਹੁੰਦਾ ਕਿ ਨਿਸ਼ਚਿਤ ਉਛਾਲ, ਹਰ ਇੱਕ ਚੀਜ਼ ਦਾ ਇੱਕ ਲੈਵਲ ਲੈ ਕੇ ਆਉਂਦਾ ਹੈ ਲਿਟਰੇਚਰ ਸਾਡੇ ਅੰਦਰ, ਅਤੇ ਦੂਜੇ ਪਾਸੇ ਮਨ ਨੂੰ ਆਨੰਦ ਵੀ ਦਿੰਦਾ ਹੈ ਲਿਟਰੇਚਰ। ਇਸ ਤਰ੍ਹਾਂ ਅਰਿਸਟੋਟਲ ਨੇ ਪਲੈਟੋ ਦੇ ਮਤ ਦੇ ਵਿਰੋਧ ਵਿੱਚ, ਕਿਹਦੇ ਵਿਰੋਧ ਵਿੱਚ? ਉਹਦਾ ਆਪਣਾ ਹੀ ਗੁਰੂ ਹੈ ਪਲੈਟੋ ਦੇ ਮਤ ਦੇ ਵਿਰੋਧ ਵਿੱਚ ਸਾਹਿਤ ਬਾਰੇ ਨਵੇਂ ਲਾਹੇਵੰਦ ਸਿਧਾਂਤ ਪੇਸ਼ ਕੀਤੇ। ਹੁਣ ਦੇਖੋ ਬੇਟਾ, ਅਰਿਸਟੋਟਲ ਨੇ ਵੀ ਤਾਂ ਤਾਈਓ ਵਿਚਾਰ ਦਿੱਤੇ ਨਾ, ਜੇਕਰ ਉਹਦੇ ਗੁਰੂ ਨੇ ਪਹਿਲਾਂ ਦਿੱਤੇ ਹੋਏ ਸੀਗੇ। ਅਤੇ ਅਰਿਸਟੋਟਲ ਤੋਂ ਬਾਅਦ ਲਜਾਈਨਸ ਹੈ ਇੱਕ ਵਿਦਵਾਨ। ਲਜਾਈਨਸ ਦਾ ਉਦਾਤ ਸਿਧਾਂਤ ਵਾਲਾ ਕੁਐਸਚਨ ਆਪਾਂ ਕਰਦੇ ਹੁੰਦੇ ਹਾਂ ਪੇਪਰ ਵਿੱਚ, ਪੇਪਰ ਲਈ ਤਿਆਰ ਕਰਨਾ ਹੁੰਦਾ ਸੀ। ਅਤੇ ਲਜਾਈਨਸ ਨੇ ਸਾਹਿਤ ਸੰਬੰਧੀ ਆਪਣੇ ਮਤ ਨੂੰ ਪੇਸ਼ ਕੀਤਾ। ਉਸਨੇ ਸਮਾਧੀ ਅਵਸਥਾ ਵਿੱਚ, ਸਮਾਧੀ ਅਵਸਥਾ ਕਿਹੜੀ?
ਸ਼ਾਂਤ ਹਾਲਤ ਵਿੱਚ ਪਹੁੰਚਾ ਦੇਣ ਵਾਲੀ ਸ਼ਕਤੀ ਰੱਖਣ ਵਾਲੀ ਰਚਨਾ ਨੂੰ ਕਹਿੰਦਾ ਸਾਹਿਤ ਦਾ ਨਾਂ ਦਿੰਦਾ ਉਹ। ਅਜਿਹਾ ਲਿਟਰੇਚਰ ਜਿਹੜਾ ਸਾਨੂੰ ਸ਼ਾਂਤੀ ਦੀ ਅਵਸਥਾ ਵਿੱਚ ਲੈ ਜਾਏ, ਸਾਡੇ ਅੰਦਰ ਦੇ ਸਾਰੇ ਫਾਲਤੂ ਦੇ ਉਛਾਲ ਜਿਹੜੇ ਨੇ ਨਾ, ਸਾਰੇ ਫਾਲਤੂ ਦੇ ਜਿਹੜੇ ਸਾਡੇ ਅੰਦਰ ਜਿਨ੍ਹਾਂ ਨੂੰ ਆਪਾਂ ਕਹਾਂਗੇ ਕਿ ਸਾਡੇ ਅੰਦਰ ਜਿਹੜੇ ਘਟੀਆ ਵਾਸਨਾਵਾਂ ਪਈਆਂ ਨੇ ਨਾ, ਜਿਹੜਾ ਉਹਨਾਂ ਨੂੰ ਸ਼ਾਂਤ ਕਰ ਦੇਵੇ, ਉਹ ਲਿਟਰੇਚਰ ਹੈ। ਲਜਾਈਨਸ ਨੇ ਪਾਠਕ, ਰਚਨਾ ਅਤੇ ਲੇਖਕ, ਕੌਣ ਪੜ੍ਹਨ ਵਾਲੇ, ਜਿਵੇਂ ਅਸੀਂ ਪੜ੍ਹਿਆ ਜੀ, ਰਚਨਾ ਅਤੇ ਤੀਜਾ ਲੇਖਕ, ਤਿੰਨਾਂ ਦੇ ਮੁੱਖ ਗੁਣਾਂ ਦੀ ਜੋ ਹੈ ਉਹ ਵਿਆਖਿਆ ਕਰਦਾ ਹੈ। ਦੇਖੋ ਬੇਟਾ, ਲਜਾਈਨਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਨਾ ਸਵਛੰਦਤਾਵਾਦੀ ਸਾਹਿਤ ਧਾਰਾ, ਜਿਹਨੂੰ ਆਪਾਂ ਰੋਮਾਂਟਿਸਿਜ਼ਮ ਵੀ ਬੋਲਦੇ ਹੈਗੇ ਆ, ਤੁਸੀਂ ਜਿਹੜਾ ਚੌਥਾ ਸਮੈਸਟਰ ਕਰੋਗੇ ਨਾ ਉਹਦੇ 'ਚ ਤੁਹਾਡੇ ਕੋਲ ਕੁਐਸਚਨ ਆਏਗਾ ਰੋਮਾਂਸਵਾਦ ਵਾਲਾ। ਨਹੀਂ, ਰੋਮਾਂਸਵਾਦ ਤੁਸੀਂ ਜੋ ਹੈ ਉਹ ਪਿੱਛੇ ਕਰਕੇ ਆ ਗਏ ਤੁਸੀਂ ਸੈਕਿੰਡ ਸਮੈਸਟਰ ਵਿੱਚ। ਰੋਮਾਂਸਵਾਦੀ ਧਾਰਾ ਜਿਹੜੀ ਹੈ ਉਹ ਵੀ ਲਜਾਈਨਸ ਨਾਲ ਜੋੜੀ ਜਾਂਦੀ ਹੈ ਕਿ ਇਹਨੇ ਇਹਦੀ ਆਰੰਭਤਾ ਕੀਤੀ ਅਤੇ ਜਿਸ ਦਾ 18ਵੀਂ ਸਦੀ ਦੇ ਸਾਹਿਤ 'ਤੇ ਬਹੁਤ ਪ੍ਰਭਾਵ ਪਿਆ ਰੋਮਾਂਸਵਾਦੀ ਧਾਰਾ ਦਾ। ਪਲੈਟੋ ਨੇ ਕਾਵਿ ਨੂੰ ਨੈਤਿਕ ਮੂਲਾਂ, ਉਦਾਤ ਗੁਣਾਂ ਅਤੇ ਸਮਾਜਿਕ ਉਪਯੋਗਤਾ ਤੋਂ ਵੱਖਰਾ ਨਹੀਂ ਮੰਨਿਆ। ਮਤਲਬ ਕਿ ਪਹਿਲਾਂ ਜਦੋਂ ਆਪਾਂ ਸ਼ੁਰੂ ਹੀ ਕੀਤਾ ਕੁਐਸਚਨ, ਉਸ ਵੇਲੇ ਆਪਾਂ ਗੱਲ ਕੀਤੀ ਸੀ ਨਾ ਕਿ ਪਲੈਟੋ ਜੋ ਹੈ ਕਹਿੰਦਾ ਕਿ ਲਿਟਰੇਚਰ ਜੋ ਹੈ ਘਟੀਆ ਹੁੰਦਾ ਹੈ, ਪਰ ਪਲੈਟੋ ਇਹ ਵੀ ਕਹਿੰਦਾ ਹੈ ਕਿ ਹੋ ਸਕਦਾ ਹੈ ਸਾਹਿਤ ਚੰਗਾ ਸਾਹਿਤ ਹੋ ਸਕਦਾ ਹੈ, ਪਰੰਤੂ ਇਹ ਜ਼ਰੂਰੀ ਹੈ ਕਿ ਉਹ ਆਦਰਸ਼ਕ ਹੋਵੇ। ਲਿਟਰੇਚਰ ਆਦਰਸ਼ਕ ਹੋਏ, ਚੰਗਾ ਲਿਟਰੇਚਰ ਹੋਏ ਤਾਂ ਹੀ ਉਹ ਸਾਡੇ ਅੰਦਰ ਨੈਤਿਕ ਮੁੱਲ ਵੀ ਪੈਦਾ ਕਰੇਗਾ, ਸਾਡੇ ਅੰਦਰ ਉਦਾਤ ਗੁਣ ਅਤੇ ਸਮਾਜਿਕ ਉਪਯੋਗਤਾ ਲਈ ਵੀ ਉਹ ਵਧੀਆ ਸਿੱਧ ਹੋਏਗਾ। ਅਜਿਹਾ ਸਾਹਿਤ ਜਿਹੜਾ ਸਮਾਜਿਕ, ਨੈਤਿਕ, ਅਧਿਆਤਮਿਕ ਜੀਵਨ ਨੂੰ ਆਦਰਸ਼ ਵਿੱਚ ਢਾਲਣ ਦੀ ਸ਼ਕਤੀ ਰੱਖਦਾ ਹੈ, ਉਹੀ ਸਾਹਿਤ ਉੱਤਮ ਅਤੇ ਸੱਤ ਹੈ। ਦੇਖੋ ਬੇਟਾ, ਕਿਹੜਾ ਸਾਹਿਤ ਜਿਹੜਾ ਸਮਾਜਿਕ, ਨੈਤਿਕ ਅਤੇ ਅਧਿਆਤਮਿਕ ਜੀਵਨ ਨੂੰ ਆਦਰਸ਼ਕ ਬਣਾ ਦੇਵੇ। ਕਿ ਸਾਡੇ ਜੇਕਰ ਆਪਾਂ ਇਹਦਾ ਇੱਕ ਸੌਖਾ ਜਿਹਾ ਐਗਜ਼ਾਮਪਲ ਲਈ ਨਾ ਬੇਟਾ, ਸਾਡੀ ਹੋ ਸਕਦੀ ਹੈ ਗੁਰਬਾਣੀ, ਹੋ ਸਕਦੀ ਹੈ, ਠੀਕ ਹੈ ਨਾ। ਜਿਹੜਾ ਵੀ ਧਾਰਮਿਕ ਲਿਟਰੇਚਰ ਹੈ ਸਾਡਾ, ਜਿਵੇਂ ਗੀਤਾ ਹੈ, ਰਾਮਾਇਣ ਹੈ, ਅਤੇ ਜਿਵੇਂ ਆਪਣੇ ਵੇਦ ਨੇ ਨਾ, ਇਹ ਸਾਰੇ ਜਿਹੜੇ ਨੇ ਇਹ ਆਦਰਸ਼ਕ ਲਿਟਰੇਚਰ ਵਿੱਚ ਆ ਜਾਂਦੇ ਨੇ। ਉਹੀ ਸਾਹਿਤ ਉੱਤਮ ਅਤੇ ਸੱਤ ਹੈ, ਅਤੇ ਬਾਕੀ ਸਾਰਾ ਸਾਹਿਤ ਜੋ ਹੈ ਘਟੀਆ ਅਤੇ ਨਿੰਦਣਯੋਗ ਹੈ। ਮਤਲਬ ਕਿ ਧਰਮ ਨਾਲ ਸੰਬੰਧੀ ਜਿਹੜਾ ਲਿਟਰੇਚਰ ਹੈ ਨਾ, ਕਹਿਣ ਤੋਂ ਭਾਵ ਪਲੈਟੋ ਦਾ ਕਿ ਉਹ ਚੰਗਾ ਲਿਟਰੇਚਰ ਹੈ। ਪਲੈਟੋ ਸੱਤ ਨੂੰ ਈਸ਼ਵਰ ਅਤੇ ਉਸ ਦੇ ਸਾਰੇ ਉੱਤਮ ਗੁਣਾਂ ਨੂੰ ਵੀ ਸੱਤ ਮੰਨਦਾ ਹੈ। ਪਲੈਟੋ ਮੰਨਦਾ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਸੱਚ ਹੈ ਅਤੇ ਉਹਦੇ ਸਾਰੇ ਜਿਹੜੇ ਗੁਣ ਨੇ ਨਾ ਉਹ ਵੀ ਸੱਚ ਨੇ, ਅਤੇ ਅਸੱਤ ਨੂੰ ਅਗਿਆਨ ਤੋਂ ਪੈਦਾ ਹੋਇਆ ਮੰਨਦਾ। ਕਹਿੰਦਾ ਕਿ ਜਿਹੜਾ ਝੂਠ ਹੈ ਨਾ, ਝੂਠ ਕਿਹਨੂੰ ਕਹਿੰਦਾ ਹੈ, ਉਹ ਸ਼ੁਰੂ ਵਿੱਚ ਲਿਟਰੇਚਰ ਨੂੰ ਕਹਿੰਦਾ ਕਿ ਇਹ ਅਗਿਆਨਤਾ ਤੋਂ ਪੈਦਾ ਹੋਇਆ। ਉਸ ਅਨੁਸਾਰ ਅਸੱਤ ਮਤਲਬ ਕਿ ਝੂਠ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਕਿਹੜਾ ਵਾਸਤਵਿਕ ਅਸੱਤ ਕਥਨ, ਜਿਹਨੂੰ ਆਪਾਂ ਟਰੂ ਲਾਈ ਬੋਲਦੇ ਹੈਗੇ ਹਾਂ, ਅਤੇ ਦੂਜਾ ਵਿਹਾਰਕ ਅਸੱਤ ਕਥਨ, ਜਿਹਨੂੰ ਆਪਾਂ ਲਾਈ ਇਨ ਵਰਡਸ ਬੋਲਦੇ ਹਾਂ। ਹੁਣ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ? ਪਹਿਲੀ ਤਰ੍ਹਾਂ ਦੇ ਅਸੱਤ ਦਾ ਜਨਮ ਜੋ ਹੈ ਨਾ ਆਤਮਾ ਦੇ ਅਗਿਆਨਤਾ ਪੁਣੇ ਤੋਂ ਪੈਦਾ ਹੁੰਦਾ ਹੈ। ਮਤਲਬ ਕਿ ਅਸੀਂ ਜਾਣ ਕੇ ਝੂਠ ਬੋਲਿਆ, ਜਿਹੜਾ ਜਾਣ ਕੇ ਅਸੀਂ ਝੂਠ ਬੋਲਿਆ, ਉਹ ਜੋ ਟਰੂ ਲਾਈ ਹੁੰਦਾ ਹੈ। ਅਤੇ ਜਦ ਅਸੀਂ ਦੂਜੇ ਦੇ ਕਿਸੇ ਦੇ ਭਲੇ ਦੇ ਲਈ ਝੂਠ ਬੋਲਿਆ ਨਾ, ਉਹ ਲਾਈ ਇਨ ਵਰਡਸ ਹੁੰਦਾ ਕਿ ਸਿਰਫ ਸ਼ਬਦਾਂ ਹੀ ਅਸੀਂ ਕੋਈ ਗੱਲ ਝੂਠ ਬੋਲੀ, ਅਤੇ ਉਂਝ ਜੋ ਹੈ ਉਹ ਗੱਲ ਝੂਠ ਨਹੀਂ ਹੈ। ਮਤਲਬ ਕਿ ਪਰਿਸਥਿਤੀਆਂ ਦੇ ਕਾਰਨ ਜੋ ਹੈ ਅਜਿਹੇ ਝੂਠ ਦਾ ਜਨਮ ਹੁੰਦਾ ਹੈ। ਓਕੇ ਬੇਟਾ ਜੀ, ਅੱਜ ਲਈ ਇੰਨਾ ਹੀ। ਇਹੋ ਟੋਪਿਕ ਜੋ ਹੈ ਆਪਾਂ ਅੱਗੇ ਤੋਰਾਂਗੇ ਇਹਦੇ ਤੋਂ ਅਗਲੀ ਵੀਡੀਓ ਵਿੱਚ। ਅਤੇ ਜੇਕਰ ਫਿਰ ਵੀ ਤੁਸੀਂ ਕੁਝ ਸਮਝ ਨਹੀਂ ਆਏਗਾ, ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ। ਓਕੇ ਬੇਟਾ, ਧੰਨਵਾਦ।